ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਹੜੀ ਗੱਲ ਕਰਨੀ ਆ ਉਹ ਬੇਹੱਦ ਜ਼ਰੂਰੀ ਆ। ਇਸ ਖਾਤਰ ਜ਼ਰੂਰੀ ਆ ਵੀ ਨੈਸ਼ਨਲ ਮੀਡੀਆ ਤੋਂ, ਸਪੈਸ਼ਲੀ ਜ਼ੀ ਨਿਊਜ਼ ਤੋਂ ਇਹ ਵਾਰ-ਵਾਰ ਸਟੇਟਮੈਂਟਸ ਆਈ ਖਾਲਸਾ ਏਡ ਲਈ ਤੇ ਜਿਹੜੇ ਸਰਦਾਰ ਰਵੀ ਸਿੰਘ ਜੀ ਆ ਉਹਨਾਂ ਲਈ ਵੀ ਉਹ ਅੱਤਵਾਦੀ ਆ, ਆਤੰਕਵਾਦੀ ਆ ਜਿਵੇਂ ਇਹ ਕਹਿੰਦੇ ਆ। ਮੇਰਾ ਵਾਹ ਇਸ ਬਾਰੇ ਗੱਲ ਕਰਾਂਗੇ ਆਪਾਂ। ਪਹਿਲਾਂ ਤਾਂ ਮੇਰਾ ਵਾਹ ਖਾਲਸਾ ਏਡ ਨਾਲ ਪਹਿਲੀ ਵਾਰੀ ਉਦੋਂ ਸ਼ੁਰੂ ਹੋਇਆ ਜਦੋਂ ਆਪਾਂ ਸ਼ੰਭੂ ਮੋਰਚਾ ਲਾਇਆ ਸੀ। ਪਹਿਲਾਂ ਸ਼ੰਭੂ ਮੋਰਚੇ 'ਚ ਪਹਿਲੇ ਦਿਨ ਜਿੱਦਾਂ ਕਾਲ ਦਿੱਤੀ ਸੀ 25 ਕਿ 26 ਤਰੀਕ ਨੂੰ, ਸਪਟੈਂਬਰ ਸੀ ਉਦੋਂ, ਹਨਾ, ਉਦਾਂ ਹੀ ਖਾਲਸਾ ਏਡ ਨੇ ਆ ਕੇ ਉੱਥੇ ਲੰਗਰ ਲਾਇਆ ਤੇ ਜਿਸ ਤਰ੍ਹਾਂ ਉਹਨਾਂ ਨੇ ਸੇਵਾ ਕੀਤੀ, ਜਦੋਂ ਲੰਗਰ ਲਾਈਦਾ ਤੇ ਲੰਗਰ 'ਚ ਖਾਣਾ ਪੀਣਾ, ਮੈਡੀਕਲ ਫੈਸਿਲਿਟੀਜ਼, ਇਹ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਉਹਨਾਂ ਨੇ ਸੇਵਾ ਕੀਤੀ। ਫਿਰ ਅਗਲੇ ਅਕਤੂਬਰ ਦੇ 4 ਨੂੰ ਆਪਾਂ ਫਿਰ ਕਾਲ ਦਿੱਤੀ ਉੱਥੇ, ਉਦੋਂ ਵੀ ਖਾਲਸਾ ਏਡ ਨੇ ਲੰਗਰ ਲਾਇਆ ਤੇ ਉਹ ਪੱਕਾ ਮੋਰਚਾ ਗੱਡਤਾ ਆਪਾਂ। ਉਸ ਤੋਂ ਬਾਅਦ ਹੁਣ ਮੋਰਚੇ ਦਾ ਜਿਹੜਾ ਅਨਾਉਂਸਮੈਂਟ ਆ, ਮੋਰਚਾ ਲਾਉਣ ਦਾ ਐਲਾਨ ਆ, ਉਹ ਤਾਂ ਮੈਂ ਕਰਤਾ, ਪਰ ਔਰ ਸਾਰਿਆਂ ਨੂੰ ਦਿਖਦਾ ਵੀ ਇਹੀ ਹੁੰਦਾ ਵੀ ਦੀਪ ਸਿੱਧੂ ਨੇ ਮੋਰਚਾ ਲਾ ਲਿਆ ਸ਼ੰਭੂ। ਪਰ ਜਿਹੜੀ ਪਿੱਛੇ ਟੀਮ ਕੰਮ ਕਰਦੀ ਆ, ਜਾਂ ਜਿਵੇਂ ਖਾਲਸਾ ਏਡ ਨੇ ਜੋ ਰੋਲ ਨਿਭਾਇਆ ਉੱਥੇ, ਉਹਨਾਂ ਦਾ ਦੇਣ ਹੀ ਨਹੀਂ ਦਿੱਤਾ ਜਾ ਸਕਦਾ। ਮੇਰਾ ਤਾਂ ਵਾਹ ਪਿਆ। ਉਹ ਸਿਆਣੇ ਕਹਿੰਦੇ ਹੁੰਦੇ ਆ, ਜਾਂ ਤਾਂ ਵਾਹ ਪਈ ਜਾਣੀ ਹੈ ਜਾਂ ਰਾਹ ਪਈ ਜਾਣੀ ਹੈ। ਜੇ ਮੋਰਚਾ ਉਹ ਸਕਸੈਸਫੁਲ ਰਿਹਾ ਇਨ ਟਰਮਸ ਆਫ ਵੀ ਆਪਾਂ ਲੋਕਾਂ ਨੂੰ ਜਗਾਇਆ, ਤਾਂ ਉਹਦੇ 'ਚ ਖਾਲਸਾ ਏਡ ਦਾ ਬਹੁਤ ਵੱਡਾ ਯੋਗਦਾਨ ਆ। ਉਹਦੇ 'ਚ ਅਮਰਦੀਪ ਬਾਈ ਦਾ ਤੇ ਆਪਣੇ ਸਰਦਾਰ ਰਵੀ ਸਿੰਘ ਦਾ, ਇਹਨਾਂ ਦੋਨਾਂ ਬੰਦਿਆਂ ਦਾ ਬਹੁਤ ਵੱਡਾ ਯੋਗਦਾਨ ਆ। ਇਹਨਾਂ ਦੀ ਟੀਮ ਦਾ ਬਹੁਤ ਵੱਡਾ ਯੋਗਦਾਨ ਆ। ਜੋ ਇਹਨਾਂ ਦੀ ਟੀਮ ਜਿਵੇਂ ਕੰਮ ਕਰਦੀ ਆ, ਇਹ ਭਾਈ ਕਨ੍ਹਈਆ ਜੀ ਦੇ ਵਾਰਸ ਆ। ਉਹਨਾਂ ਤੋਂ ਜਿਹੜੀ ਥਾਪੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਮਿਲਿਆ ਹੋਇਆ, ਜਾਂ ਇਹ ਕਹਿ ਲਓ ਵੀ ਜਿਹੜਾ ਆਪਣਾ ਗੁਰੂ ਨਾਨਕ ਸਾਹਿਬ ਦਾ ਫਲਸਫਾ, ਸਿੱਖ ਫਲਸਫਾ, ਉਹਨੂੰ ਅੱਗੇ ਜੇ ਇੰਟਰਨੈਸ਼ਨਲ ਲੈਵਲ ਤੇ ਜਦੋਂ ਕਿਸੇ ਨੇ ਵਧਾਇਆ ਤਾਂ ਉਹ ਖਾਲਸਾ ਏਡ ਆ। ਹੁਣ ਖਾਲਸਾ ਏਡ ਨੂੰ ਜੇ ਤੁਸੀਂ ਆਤੰਕਵਾਦੀ ਕਹਿ ਕੇ, ਜਾਂ ਉਹਨਾਂ ਦੇ ਜਿਹੜੇ ਮੁਖੀ ਆ, ਜਾਂ ਉਹਨਾਂ ਦੇ ਜਿਹੜੇ ਲੀਡਰ ਆ, ਜਾਂ ਉਹਨਾਂ ਦੇ ਉਹ ਸ਼ਖਸੀਅਤਾਂ ਜਿਹੜੀਆਂ ਫੇਸ ਆ ਖਾਲਸਾ ਏਡ ਦੀਆਂ, ਉਹਨਾਂ ਨੂੰ ਤੁਸੀਂ ਆਤੰਕਵਾਦੀ ਕਹੋਗੇ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਮੈਂ ਇੱਕ ਇੰਗਲਿਸ਼ 'ਚ ਵੀ ਇਸ ਕਰਕੇ ਲਾਈਵ ਕਰੂੰਗਾ। ਸ਼ਰਮ ਇਸ ਖਾਤਰ ਆਉਣੀ ਚਾਹੀਦੀ ਆ, ਜਦੋਂ ਕਿਤੇ ਸੋਕਾ ਪੈਂਦਾ, ਜਿਹਨੂੰ ਡਰਾਊਟ ਕਹਿੰਦੇ ਆਪਾਂ, ਉੱਥੇ ਖਾਲਸਾ ਏਡ ਜਾਂਦੀ ਆ। ਜਦੋਂ ਕਿਤੇ ਹੜ੍ਹ ਆਉਂਦੇ ਆ, ਉੱਥੇ ਖਾਲਸਾ ਏਡ ਜਾਂਦੀ ਆ। ਜੇ ਗੁਜਰਾਤ 'ਚ ਦੰਗੇ ਹੁੰਦੇ ਆ ਤਾਂ ਉੱਥੇ ਖਾਲਸਾ ਏਡ ਜਾਂਦੀ ਆ। ਜਦੋਂ ਕਿਤੇ ਸੰਘਰਸ਼ੀ ਧਿਰਾਂ ਕੋਈ ਆਪਦੇ ਹੱਕਾਂ ਖਾਤਰ ਲੜਦੀਆਂ, ਇਰਰਿਸਪੈਕਟਿਵ ਆਫ, ਇਹ ਦੇਖਦੇ ਨਹੀਂ, ਜਦੋਂ ਸੰਘਰਸ਼ੀ ਧਿਰਾਂ ਆਪਦੇ ਹੱਕਾਂ ਖਾਤਰ ਲੜਦੀਆਂ, ਉਦੋਂ ਖਾਲਸਾ ਏਡ ਜਾ ਕੇ ਖੜੇ ਹੋ ਜਾਂਦੀ ਆ। ਖਾਲਸਾ ਏਡ ਨੇ ਇਹ ਨਹੀਂ ਦੇਖਣਾ ਵੀ ਸਾਡਾ ਦੋਸਤ ਆ ਕਿ ਦੁਸ਼ਮਣ ਆ। ਇਹਨਾਂ ਲਈ ਤਾਂ ਉਹ ਜਿਹੜੇ ਤੁਹਾਡੀਆਂ ਪੈਮਾਨੇ ਆ ਦੋਸਤੀ ਤੇ ਦੁਸ਼ਮਣਾਂ ਦੇ, ਉਹ ਤਾਂ ਇੱਥੇ ਕੰਮ ਹੀ ਨਹੀਂ ਕਰਦੇ। ਇਹ ਤਾਂ ਅਕਾਲ ਪੁਰਖ ਦੀ ਫੌਜ ਆ। ਇਹ ਤਾਂ ਉਸ ਗੁਰੂ ਮਹਾਰਾਜ ਦੇ ਫਲਸਫੇ ਤੇ ਚੱਲਣ ਵਾਲੀ ਫੌਜ ਆ, ਜਿਹੜੀ ਫੌਜ ਜਿੱਥੇ ਜ਼ਬਰ ਤੇ ਜ਼ੁਲਮ ਹੁੰਦਾ, ਕਿਸੇ ਵੀ ਸੂਰਤ 'ਚ ਹੁੰਦਾ, ਉੱਥੇ ਜਾ ਕੇ ਖੜੀ ਹੋ ਜਾਂਦੀ ਆ ਤੇ ਸੇਵਾ ਕਰਦੀ ਆ। ਹੁਣ ਮੈਂ ਸਰਦਾਰ ਰਵੀ ਸਿੰਘ ਜੀ ਨੂੰ ਇੱਕ ਗੱਲ ਕਹਿਣੀ ਚਾਹਣਾ ਵੀ ਰਵੀ ਬਾਈ ਜੀ, ਜਦੋਂ ਤੱਕ ਤੁਸੀਂ ਲੰਗਰ ਲਾਓਗੇ ਗੁਜਰਾਤ ਜਾ ਕੇ, ਜਦੋਂ ਤੱਕ ਤੁਸੀਂ ਲੰਗਰ ਲਾਓਗੇ ਜਿੱਥੇ ਕਿਤੇ ਹੜ੍ਹ ਆ ਜਾਂਦੇ ਆ, ਜਿੱਥੇ ਕਿਤੇ ਸੋਕਾ ਪੈ ਜਾਂਦਾ, ਜਿੱਥੇ ਕਿਤੇ ਕੋਈ ਹੋਰ ਅਰਥਕੁਏਕ ਆ ਜਾਂਦਾ, ਹਨਾ, ਉੱਥੇ ਜਾ ਕੇ ਜੇ ਤੁਸੀਂ ਲੰਗਰ ਲਾਓਗੇ ਤਾਂ ਤੁਹਾਨੂੰ ਅਵਾਰਡ ਵੀ ਦਿੱਤੇ ਜਾਣਗੇ ਤੇ ਤੁਹਾਨੂੰ ਪ੍ਰਾਈਮ ਟਾਈਮ ਤੇ ਬਿਠਾ ਕੇ ਗੱਲਾਂ ਵੀ ਕੀਤੀਆਂ ਜਾਣਗੀਆਂ ਤੁਹਾਡੇ ਨਾਲ ਤੇ ਤੁਹਾਨੂੰ ਸਰਾਹਿਆ ਜਾਊਗਾ। ਪਰ ਜਦੋਂ ਤੁਸੀਂ ਲੰਗਰ ਜਾਂ ਸੇਵਾ ਉੱਥੇ ਨਿਭਾਓਗੇ ਜਿੱਥੇ ਕੋਈ ਸੰਘਰਸ਼ੀ ਧਿਰ ਆਪਦੇ ਹੱਕ ਲੈਣ ਲਈ ਲੜ ਰਹੀ ਆ, ਤੇ ਉੱਥੇ ਤੁਹਾਨੂੰ ਇਹੋ ਜਿਹੇ ਖਿਤਾਬ ਹੀ ਦਿੰਦੇ ਆ। ਫਿਰ ਇਹ ਪ੍ਰਭਾਸ਼ਿਤ ਕਰਦੇ ਆ ਇਸ ਸੰਘਰਸ਼ੀ ਧਿਰ ਨਾਲ। ਜਦੋਂ ਅਸੀਂ ਆਪਦੇ ਹੱਕਾਂ ਦੀ ਲੜਾਈ ਲੜਾਂਗੇ, ਤੇ ਹੱਕਾਂ ਦੀ ਲੜਾਈ ਤਾਂ ਹਮੇਸ਼ਾ ਹੀ ਸਿੱਖਾਂ ਨੇ ਲੜੀ ਆ, ਔਰ ਹੱਕਾਂ ਦੀ ਲੜਾਈ ਜਦੋਂ ਅਸੀਂ ਲੜਾਂਗੇ, ਉਸ ਵੇਲੇ ਉਸ ਹੱਕ ਦੀ ਲੜਾਈ 'ਚ ਜੇ ਤੁਸੀਂ ਜਾ ਕੇ ਆਪਦੀ ਸ਼ਮੂਲੀਅਤ ਪਾਓਗੇ ਤਾਂ ਤੁਹਾਨੂੰ ਫਿਰ ਪ੍ਰਭਾਸ਼ਿਤ ਇਹ ਕਰਨਗੇ, ਤੁਹਾਨੂੰ ਸਰਕਾਰਾਂ ਪ੍ਰਭਾਸ਼ਿਤ ਕਰਨ ਲੱਗ ਜਾਂਦੀਆਂ। ਤੇ ਇਹਨਾਂ ਦਾ ਜਿਹੜਾ ਮੀਡੀਆ, ਸੋ ਕਾਲਡ ਮੀਡੀਆ ਚੈਨਲਸ ਆ, ਉਹ ਉਸ ਪ੍ਰੋਪੇਗੈਂਡਾ ਨੂੰ ਐਡਵਾਂਸ ਕਰਦੇ ਆ। ਇਹ ਤਰਾਸਦੀ ਆ।
ਇਹ ਦੇਖ ਲਓ, ਸਾਨੂੰ ਇਹਨਾਂ ਦੀ ਪਰਿਭਾਸ਼ਾ ਦੀ ਜਾਂ ਇਹਨਾਂ ਨੇ ਜੋ ਸਾਨੂੰ ਪਰਿਭਾਸ਼ਿਤ ਕੀਤਾ ਜਾਂ ਸਾਨੂੰ ਇਹ ਦੱਸਣਗੇ ਵੀ ਤੁਸੀਂ ਸੇਵਾ ਕਿਵੇਂ ਕਰਨੀ ਆ ਜਾਂ ਕਿਸ ਮਨੁੱਖਤਾ ਲਈ ਸੇਵਾ ਕਰਨੀ ਆ ਜਾਂ ਕਿਸ ਵਰਗ ਲਈ ਸੇਵਾ ਕਰਨੀ ਆ, ਕਿਸੇ ਵਰਗ ਦਾ ਸਾਥ ਦੇਣਾ ਜਾਂ ਨਹੀਂ ਦੇਣਾ, ਇਹ ਸਾਨੂੰ ਦੱਸਣਗੇ। ਇਹਨਾਂ ਨੂੰ ਇੱਕ ਗੱਲ ਆਪਾਂ ਦੱਸ ਦਈਏ ਵੀ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਧੀਨ ਆ, ਔਰ ਇਹ ਹਮੇਸ਼ਾ ਮੈਂ ਗੱਲ ਕਹਿਣਾ, ਸਾਡੀ ਜਿਹੜੀ ਸੋਵਰਨਿਟੀ ਆ ਉੱਥੇ ਸਾਨੂੰ ਦੱਸਣਾ ਨਹੀਂ ਪੈਂਦਾ। ਅਸੀਂ ਕਿਸੇ ਦੀ ਅਧੀਨਗੀ ਨਹੀਂ ਬੰਨੀ ਅੱਜ ਤੱਕ, ਤੇ ਉੱਥੇ ਸਾਨੂੰ ਦੱਸਣਾ ਨਹੀਂ ਪੈਂਦਾ ਵੀ ਤੁਸੀਂ ਫਲਾਨੀ ਜਗ੍ਹਾ ਜਾ ਕੇ ਖੜ ਜਾਓ ਉਹਨਾਂ ਨਾਲ ਤੇ ਉਹਨਾਂ ਦੀ ਸੇਵਾ ਕਰੋ। ਨਹੀਂ, ਸਾਨੂੰ ਗਾਈਡੈਂਸ ਵੀ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਮਿਲਦੀ ਆ। ਸੋ ਜੇ ਅੱਜ ਖਾਲਸਾ ਏਡ ਨੂੰ ਤੁਸੀਂ ਤੇ ਸਰਦਾਰ ਰਵੀ ਸਿੰਘ ਨੂੰ ਆਤੰਕਵਾਦੀ ਕਹਿ ਰਹੇ ਹੋ, ਤਾਂ ਅਸੀਂ ਵੀ ਆਤੰਕਵਾਦੀ ਆ। ਅਸੀਂ ਉਹੀ ਆ, ਉਹੀ ਸਾਡੀ ਕੌਮ ਆ, ਉਹੀ ਸਾਡੇ ਚ ਚਿਣਗਾ, ਉਹੀ ਸਾਡੇ ਚ ਗੁੜਤੀਆਂ। ਸਾਡਾ ਜਿਹੜਾ ਪਿਤਾ, ਸਾਡਾ ਪਿਓ ਆ, ਸਾਡਾ ਜਿਹੜਾ ਤੁਸੀਂ ਕਹਿ ਲਓ ਜਿਹੜਾ ਖੂਨ ਆ ਸਾਡੇ ਅੰਦਰ, ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ। ਅਸੀਂ ਅਨੰਦਪੁਰ ਸਾਹਿਬ ਦੇ ਨਿਵਾਸੀ ਆ, ਸਾਡਾ ਪਿਓ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆ, ਤੇ ਅਸੀਂ ਉਹਨਾਂ ਦੀ ਔਲਾਦਾਂ। ਅਸੀਂ ਆਪਦੇ ਰਹਿਬਰਾਂ ਤੋਂ, ਆਪਦੇ ਗੁਰੂਆਂ ਤੋਂ ਕਦੇ ਮੁਨਕਰ ਨਹੀਂ ਹੋ ਸਕਦੇ। ਸਾਡੇ ਰਹਿਬਰਾਂ ਨੇ, ਸਾਡੇ ਜਿਹੜੇ ਗੁਰੂਆਂ ਨੇ ਸਾਨੂੰ ਜੋ ਫਲਸਫੇ ਦਿੱਤੇ, ਅਸੀਂ ਉਹ ਤੋਂ ਮੁਨਕਰ ਨਹੀਂ ਹੋ ਸਕਦੇ। ਤੁਸੀਂ ਸਾਨੂੰ ਪਰਿਭਾਸ਼ਿਤ ਕਰੋਗੇ, ਤੁਸੀਂ ਹੁੰਨੇ ਕੌਣ ਹੋ ਸਾਨੂੰ ਪਰਿਭਾਸ਼ਿਤ ਕਰਨ ਵਾਲੇ? ਸੋ ਖਾਲਸਾ ਏਡ ਜੋ ਕੰਮ ਕਰ ਰਹੀ ਆ, ਜਦੋਂ ਜਿੱਥੇ ਮਨੁੱਖਤਾ ਤੇ ਜਾਂ ਤਾਂ ਕਿਤੇ ਨੇਚਰ ਦੇ ਥਰੂ ਜਾਂ ਕਿਸੇ ਸਰਕਾਰਾਂ ਦੇ ਥਰੂ, ਜਦੋਂ ਮਨੁੱਖਤਾ ਤੇ ਕੋਈ ਔਕੜ ਦੀ ਘੜੀ ਆਈ ਆ, ਖਾਲਸਾ ਏਡ ਨੇ ਜਾ ਕੇ ਉੱਥੇ ਸੇਵਾ ਕੀਤੀ ਆ, ਖਾਲਸਾ ਏਡ ਨੇ ਜਾ ਕੇ ਉੱਥੇ ਆਪਦਾ ਯੋਗਦਾਨ ਪਾਇਆ। ਸੋ ਬਾਕਮਾਲ ਆ, ਸਾਨੂੰ ਮਾਣ ਆ ਵੀ ਸਾਡੀ ਇੱਕ ਸੰਸਥਾ ਜਿਹਦਾ ਨਾਂ ਖਾਲਸਾ ਏਡ ਆ, ਤੇ ਜਿਹੜੀ ਦੁਨੀਆ ਭਰ 'ਚ ਸਾਡਾ ਫਲਸਫੇ, ਸਾਡੀ ਜਿਹੜੇ ਸੋਚ ਆ ਤੇ ਸਰਬੱਤ ਦੇ ਭਲੇ ਦੀ ਸੋਚ ਨੂੰ ਹਮੇਸ਼ਾ ਉਹਨਾਂ ਨੇ ਮੁੱਖ ਰੱਖਿਆ ਤੇ ਉੱਤੇ ਚੱਕ ਕੇ ਰੱਖਿਆ। ਤੇ ਇਹੋ ਜਿਹਾ ਕਿਰਦਾਰ, ਇਹੋ ਜਿਹੀ ਜਿਹੜੀ ਤਰਜ਼ੇ ਜ਼ਿੰਦਗੀ ਹੁੰਦੀ ਆ ਖਾਲਸਿਆਂ ਦੀ, ਜਾਂ ਜਿਹੜੀ ਖਾਲਸਾ ਕੌਮ ਦੀ ਤਰਜ਼ੇ ਜ਼ਿੰਦਗੀ ਆ, ਉਹਨੂੰ ਜਿਵੇਂ ਬਿਆਨ ਕੀਤਾ ਉਹ ਬਾਕਮਾਲ ਆ। ਵੀ ਆਰ ਪ੍ਰਾਊਡ ਆਫ ਯੂ, ਵੀ ਆਰ ਪ੍ਰਾਊਡ ਆਫ ਖਾਲਸਾ ਏਡ ਐਂਡ ਵੀ ਆਰ ਪ੍ਰਾਊਡ ਆਫ ਸਰਦਾਰ ਰਵੀ ਸਿੰਘ। ਇਹਨਾਂ ਦੀਆਂ ਪਰਿਭਾਸ਼ਾ ਤੋਂ ਜੇ ਅਸੀਂ ਪਰਿਭਾਸ਼ਿਤ ਹੋਣ ਲੱਗ ਗਏ, ਇਹਨਾਂ ਨੂੰ ਤਾਂ ਆਪਦੇ ਆਪ ਨੂੰ ਪਰਿਭਾਸ਼ਿਤ ਕਰਨਾ ਨਹੀਂ ਆਉਂਦਾ। ਇਹਨਾਂ ਦੀ ਤਾਂ ਬੇਈਮਾਨੀ ਆ, ਇਹਨਾਂ ਦੇ ਦਿਲ ਜਿਹੜੇ ਆ ਉਹ ਬੇਈਮਾਨ ਆ। ਇਹਨਾਂ ਦੀਆਂ ਰੂਹਾਂ ਤੇ ਜਿਹੜੇ ਨਿਰਦਈ ਤੇ ਜ਼ਾਲਮ ਲੋਕ ਆ, ਇਹਨਾਂ ਨੂੰ ਸਾਨੂੰ ਲੱਗਦਾ ਇਹਨਾਂ ਦੇ ਅੰਦਰ ਰੂਹਾਂ ਵਸਦੀਆਂ ਨਹੀਂ। ਜੇ ਕਿਤੇ ਉਹ ਰੂਹਾਂ ਵਸਦੀਆਂ ਹੁੰਦੀਆਂ ਜਿਹਦੇ 'ਚ ਹਿਊਮੈਨਿਟੀ ਤੇ ਮਨੁੱਖਤਾ ਜਾਂ ਸਰਬੱਤ ਦੇ ਭਲੇ ਦੀ ਝਲਕ ਹੁੰਦੀ, ਤਾਂ ਫਿਰ ਅੱਜ ਇਹ ਆਲਮ ਨਹੀਂ ਹੋਣਾ ਸੀ। ਅਸੀਂ ਇੱਥੇ ਧਰਨਿਆਂ 'ਚ, ਮੋਰਚਿਆਂ 'ਚ ਬੈਠੇ ਆ। ਜਿਸ ਤਰ੍ਹਾਂ ਇੱਥੇ ਸਾਡੇ ਬਜ਼ੁਰਗ ਸਫ਼ਰ ਕਰ ਰਹੇ ਆ, ਦੇਖੋ ਤੁਸੀਂ ਤਰਾਸਦੀ। ਇੱਕ ਪਾਸੇ ਕਿਸਾਨ ਉਹ ਆ, ਬਜ਼ੁਰਗ ਉਹ ਆ ਜਿਹੜਾ ਆਪਦੇ ਹੱਕ ਮੰਗ ਰਿਹਾ, ਤੇ ਦੂਜੇ ਪਾਸੇ ਜਿਹੜੀ ਫੌਜ ਬੈਠੀ ਆ ਉਹ ਇਹਨਾਂ ਬਜ਼ੁਰਗਾਂ ਦੇ ਹੀ ਬੇਟੇ ਆ। ਸੋ ਆਪਸ 'ਚ ਹੀ ਲੜਾਤਾ। ਤੁਹਾਨੂੰ ਲੱਗਦਾ ਇਹਨਾਂ ਦੀਆਂ ਪਿਓਰ ਸੋਲਸ ਆ? ਨੋ। ਸੋ ਅਸੀਂ ਸਾਰੇ ਸਰਦਾਰ ਰਵੀ ਸਿੰਘ ਜੀ ਦੇ ਨਾਲ ਆ, ਅਸੀਂ ਖਾਲਸਾ ਏਡ ਦੇ ਨਾਲ ਆ, ਅਸੀਂ ਹਰ ਉਸ ਸ਼ਖਸ ਦੇ ਨਾਲ ਆ ਜਦੋਂ ਕਿਤੇ ਜ਼ਬਰ ਤੇ ਜ਼ੁਲਮ ਹੁੰਦਾ, ਜੋ ਸ਼ਖਸ, ਜੋ ਰੂਹ ਉੱਥੇ ਜਾ ਕੇ ਮਨੁੱਖਤਾ ਦਾ ਸਾਥ ਦਿੰਦੀ ਆ। ਸੋ ਅਸੀਂ ਮਨੁੱਖਤਾ ਦੇ, ਹਿਊਮੈਨਿਟੀ ਦੇ ਤੇ ਅਕਾਲ ਪੁਰਖ ਦੇ ਪੁਜਾਰੀ ਆ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਧੀਨ ਆ, ਸਾਨੂੰ ਹੋਰ ਕਿਸੇ ਦੀ ਅਧੀਨਗੀ ਮਨਜ਼ੂਰ ਨਹੀਂ ਆ। ਸਾਡੇ ਰਹਿਬਰਾਂ ਨੇ, ਸਾਡੇ ਗੁਰੂਆਂ ਨੇ ਸਾਨੂੰ ਬਣਾਇਆ ਹੀ ਇਸ ਤਰ੍ਹਾਂ, ਸਾਡੀ ਬਣਤਰ ਹੀ ਇਹ ਆ। ਤੇ ਤੁਸੀਂ ਸਾਨੂੰ ਪ੍ਰਭਾਸ਼ਿਤ ਨਹੀਂ ਕਰ ਸਕਦੇ, ਤੁਹਾਡੇ 'ਚ ਇੰਨਾ ਦਮ ਹੀ ਹੈ ਨਹੀਂ ਵੀ ਤੁਸੀਂ ਸਾਨੂੰ ਪ੍ਰਭਾਸ਼ਿਤ ਕਰ ਸਕੋ। ਅਸੀਂ, ਸਾਡਾ ਦਾਇਰਾ ਤੇ ਸਾਡਾ ਜਿਹੜਾ ਤੁਸੀਂ ਕਹਿ ਲਓ ਵੀ ਸਾਡੀ ਸੋਚ ਆ, ਉਹ ਤੁਹਾਡੀਆਂ ਪ੍ਰਭਾਸ਼ਾਵਾਂ ਜਾਂ ਤੁਸੀਂ ਜਿਵੇਂ ਸਾਨੂੰ ਡਿਫਾਈਨ ਕਰਦੇ ਉਹ ਤੋਂ ਬਹੁਤ ਪਰਾਂ। ਸੋ ਇੱਥੇ ਖਾਲਸਾ ਏਡ ਦੀ ਗੱਲ ਆਪਾਂ ਅੱਗੇ ਜਿਹੜੀ ਦੂਜੀ ਗੱਲ ਕਰਨੀ ਆ, ਜਿਸ ਤਰ੍ਹਾਂ ਹਰਿਆਣੇ ਦੇ ਬਜ਼ੁਰਗਾਂ ਨੂੰ ਜੋ ਕਿ ਹੁੱਕਾ ਪੀ ਰਹੇ ਸੀ, ਉਹਨਾਂ ਨੂੰ ਇਹਨਾਂ ਨੇ ਦਮ ਮਾਰੋ ਦਮ ਗੈਂਗ ਡਿਫਾਈਨ ਕੀਤਾ। ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ। ਹਰਿਆਣੇ ਦਾ ਇੱਕ ਵੇ ਆਫ ਲਾਈਫ ਆ। ਦੋ ਅਸੀਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਟਬੈਕੂ ਆ ਜਿਹੜਾ, ਅਸੀਂ ਉਹਨੂੰ ਚੰਗਾ ਨਹੀਂ ਸਮਝਦੇ, ਪਰ ਫਿਰ ਵੀ ਜੇ ਹੁੱਕਾ ਉਹ ਪੀਂਦੇ ਆ, ਉਹਨਾਂ ਦਾ ਉਹ ਵੇ ਆਫ ਲਾਈਫ ਆ। ਔਰ ਹਰਿਆਣੇ 'ਚ ਤਾਂ ਇੱਕ ਕਹਾਵਤ ਆ ਵੀ ਜੇ ਕਿਸੇ ਨੂੰ ਆਪਦੇ ਕਿਸੇ ਵਰਗ 'ਚੋਂ ਬਾਹਰ ਕਰਨਾ ਹੋਵੇ, ਉਹ ਕਹਿੰਦੇ ਆ ਵੀ ਇਸ ਬੰਦੇ ਦਾ ਹੁੱਕਾ ਪਾਣੀ ਬੰਦ ਕਰੋ। ਸੋ ਅਗਲਿਆਂ ਦਾ ਵੇ ਆਫ ਲਾਈਫ ਆ। ਔਰ ਅਕਾਲ ਪੁਰਖ ਵਾਹਿਗੁਰੂ ਨੇ ਜਿਸ ਤਰ੍ਹਾਂ, ਜੇ ਅਸੀਂ ਕਹਿੰਦੇ ਆ ਅਕਾਲ ਦੀ ਸਿਆਸਤ ਹੋਣੀ ਚਾਹੀਦੀ ਆ, ਅਕਾਲ ਦਾ ਧਰਮ ਹੋਣਾ ਚਾਹੀਦਾ, ਤੇ ਅਸੀਂ ਦੂਜਿਆਂ ਨੂੰ ਇਹ ਥੋੜੀ ਕਹਾਂਗੇ ਵੀ ਤੁਸੀਂ ਆਪਦੀ ਜ਼ਿੰਦਗੀ ਦੀ ਜਿਹੜੀ ਤਰਜ਼ੇ ਜ਼ਿੰਦਗੀ ਆ ਉਹਨਾਂ ਨੂੰ ਹੀ ਬਦਲ ਦਿਓ। ਨਹੀਂ, ਉਹਨਾਂ ਦੀ ਤਰਜ਼ੇ ਜ਼ਿੰਦਗੀ ਬਦਲੀ ਨਹੀਂ ਜਾਂਦੀ ਹੁੰਦੀ। ਸੋ ਇਸੇ ਕਰਕੇ ਜਿਹੜੀ ਇਹ ਪ੍ਰੋਬਲਮ ਹੋ ਰਹੀ ਆ,
ਇਸ ਦੇਸ਼ ਨੂੰ ਇੱਕੋ ਮੰਡੀ, ਇੱਕੋ ਢੰਗ, ਇੱਕੋ ਵਪਾਰ, ਇੱਕ ਤਰ੍ਹਾਂ ਦਾ ਜਿਹੜਾ ਇੱਥੇ ਫਲਸਫਾ, ਇੱਕ ਤਰ੍ਹਾਂ ਦੀ ਕੌਮ ਸਿਰਜਣ ਦੀ, ਇਹ ਬਹੁਤ ਗਲਤ ਆ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਾਂ ਉਸ ਨੇਚਰ ਦੇ ਅਸੂਲ ਦੇ ਹੀ ਗਲਤ ਆ, ਅਗੇਂਸਟ ਆ, ਜਿਹੜਾ ਵੰਨ-ਸੁਵੰਨਤਾ ਨੂੰ ਸੰਭਾਲ ਕੇ ਰੱਖਦਾ, ਜਿਹੜਾ ਕਲਚਰਲ ਡਾਇਵਰਸਿਟੀ ਨੂੰ, ਰਿਲੀਜੀਅਸ ਡਾਇਵਰਸਿਟੀ ਨੂੰ, ਬਾਇਓ ਡਾਇਵਰਸਿਟੀ ਨੂੰ ਸੰਭਾਲ ਕੇ ਰੱਖਣ ਦਾ ਜਜ਼ਬਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਵੇਂ ਇਹ ਸਾਰੇ ਸਿਰਜੇ ਆ, ਜਿਵੇਂ ਕੌਮਾਂ ਸਿਰਜੀਆਂ, ਜਿਸ ਤਰ੍ਹਾਂ ਲੋਕ ਸਿਰਜੇ ਆ, ਜਿਸ ਤਰ੍ਹਾਂ ਧਰਤੀਆਂ ਸਿਰਜੀਆਂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ 'ਚ ਸਿਰਜੀਆਂ ਗਈਆਂ। ਤੁਸੀਂ ਕੌਣ ਹੁੰਨੇ ਹੋ ਚੇਂਜ ਕਰਨ ਵਾਲੇ? ਸੋ ਤੁਸੀਂ ਕੌਣ ਹੁੰਨੇ ਹੋ ਦਮ ਮਾਰੋ ਦਮ ਉਹਨਾਂ ਨੂੰ ਇਹ ਕਹਿ ਕੇ ਡਿਫਾਈਨ ਕਰਨ ਵਾਲੇ? ਤੁਸੀਂ ਜੇ ਇੱਕ ਗੱਲ ਤੁਹਾਨੂੰ ਦੱਸ ਦਈਏ, ਜੇ ਪੰਜਾਬ ਅਣਖੀ ਆ ਨਾ ਤਾਂ ਹਰਿਆਣੇ ਦੇ ਜਾਟ ਵੀ ਅਣਖੀ ਆ। ਸਾਡੇ 'ਚ ਇਹ ਕਾਮਨ ਕਨੈਕਸ਼ਨ ਆ। ਤੁਹਾਨੂੰ ਲੱਗਦਾ ਅਸੀਂ ਉਹਨਾਂ ਨੂੰ ਇਕੱਲੇ ਛੱਡ ਦਾਂਗੇ? ਅਸੀਂ ਕਿਸੇ ਨੂੰ ਇਕੱਲੇ ਨਹੀਂ ਛੱਡਦੇ, ਕਿਸੇ ਧਿਰ ਨੂੰ ਇਕੱਲੇ ਨਹੀਂ ਛੱਡਦੇ। ਜਿੱਥੇ ਕਿਤੇ ਧੱਕਾ ਹੁੰਦਾ ਅਸੀਂ ਉਹਦੇ ਵਿਰੁੱਧ ਖੜੇ ਹੋ ਜਾਂਦੇ ਆ। ਸਾਡੇ ਗੁਰੂ ਨਾਨਕ ਸਾਹਿਬ ਨੇ ਇਹੀ ਗੱਲ ਸਾਨੂੰ ਸਿਖਾਈ ਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੁਸੀਂ ਦੇਖੋ, ਅਸੀਂ ਜਨੇਊ ਦੇ ਕਨਸੈਪਟ ਦੇ ਜਿਸ ਤਰ੍ਹਾਂ ਦੀ ਉਹਦੀ ਇੰਟਰਪ੍ਰੀਟੇਸ਼ਨ ਸੀ, ਉਹਦੇ ਹਮੇਸ਼ਾ ਹੀ ਉਹਦੇ ਅਸੀਂ ਤਾਬੇ 'ਚ ਨਹੀਂ ਸੀ, ਉਹਦੇ ਉਸ ਇੰਟਰਪ੍ਰੀਟੇਸ਼ਨ ਨਾਲ ਕਦੇ ਸਹਿਮਤੀ ਨਹੀਂ ਆਪਦੀ ਦਿੱਤੀ। ਪਰ ਹਾਂਜੀ, ਪਰ ਉਸੇ ਜਨੇਊ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਸਾਹਿਬ ਆਪਦੀ ਸ਼ਹਾਦਤ ਦੇ ਕੇ ਆਉਂਦੇ ਆ। ਇੱਕ ਪਾਸੇ ਗੁਰੂ ਨਾਨਕ ਸਾਹਿਬ ਇਹ ਕਹਿ ਰਹੇ ਆ ਵੀ ਜਨੇਊ ਕਿਹੋ ਜਿਹਾ ਪਾਇਆ ਜਾਣਾ ਚਾਹੀਦਾ। ਜਨੇਊ ਉਹ ਪਾਓ ਜੋ ਜੱਤ ਤੇ ਸੱਚ ਦਾ ਹੋਵੇ, ਜੋ ਜ਼ਿੰਦਗੀ ਭਰ ਨਾ ਲੱਥੇ। ਜਨੇਊ ਦੀ ਜੋ ਪਰਿਭਾਸ਼ਾ ਦਿੱਤੀ ਗੁਰੂ ਨਾਨਕ ਸਾਹਿਬ ਨੇ, ਤੇ ਜੋ ਜਨੇਊ ਪ੍ਰਚਲਿਤ ਧਾਰਾਵਾਂ ਦੇ ਅਕੋਰਡਿੰਗਲੀ ਪਵਾਉਂਦੇ ਸੀ, ਉਹਨੂੰ ਪਹਿਨਣ ਤੋਂ ਮਨਾ ਕਰਤਾ। ਦੂਜੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਜਾ ਕੇ ਉਸੇ ਜਨੇਊ ਦੀ ਰੱਖਿਆ ਲਈ ਆਪਦਾ ਸੀਸ ਭੇਂਟ ਕਰ ਦਿੰਦੇ ਆ। ਸੋ ਤੁਸੀਂ ਤਾਂ ਸਮਝ ਹੀ ਨਹੀਂ ਪਾਓਗੇ ਇਹ ਸਾਰਾ ਜਿਹੜਾ ਇਹ ਸਫ਼ਰ ਆ ਨਾ, ਸਾਡੀ ਤਰਜ਼ੇ ਜ਼ਿੰਦਗੀ ਆ, ਜਾਂ ਜੋ ਸਾਡੇ ਰਹਿਬਰਾਂ ਨੇ, ਗੁਰੂਆਂ ਨੇ ਸਿਖਾਇਆ, ਉਸ ਗੱਲ ਨੂੰ ਤੁਸੀਂ ਸਮਝ ਹੀ ਨਹੀਂ ਸਕਦੇ। ਇਸ ਕਰਕੇ ਤੁਸੀਂ ਸਾਨੂੰ ਪ੍ਰਭਾਸ਼ਿਤ ਕਰੋਗੇ। ਅਸੀਂ ਕਿਤੇ ਵੀ ਧੱਕਾ, ਜ਼ਬਰ ਤੇ ਜ਼ੁਲਮ ਹੋ ਰਿਹਾ ਹੋਵੇ ਉਹ ਬਰਦਾਸ਼ਤ ਨਹੀਂ ਕਰ ਸਕਾਂਗੇ। ਇਹ ਸਾਡੀ ਸਿਰਫ ਕੌਮ ਤੱਕ ਗੱਲ ਡਿਫਾਈਨ ਨਹੀਂ ਰਹਿੰਦੀ, ਇਹ ਗੱਲ ਜਿੱਥੇ ਮਰਜੀ ਦੁਨੀਆ 'ਚ ਜਿਸ ਕਿਸੇ ਵਰਗ ਤੇ, ਜਿਸ ਕਿਸੇ ਕੌਮ ਤੇ ਕੋਈ ਧੱਕਾ ਜਾਂ ਜ਼ੁਲਮ ਹੋ ਰਿਹਾ ਹੋਊਗਾ, ਸਾਡੀ ਕੌਮ ਉੱਥੇ ਜਾ ਕੇ ਖੜ ਜੂਗੀ। ਸਾਡੀ ਕੌਮ ਉਸ ਧਰਮ ਯੁੱਧ ਨੂੰ ਆਪਦਾ ਧਰਮ ਯੁੱਧ ਸਮਝ ਕੇ ਲੜੂਗੀ। ਸੱਚ ਤੇ ਝੂਠ ਦੀ ਲੜਾਈ ਸਮਝ ਕੇ ਉਹ ਲੜਾਈ ਲੜੀ ਜਾਊਗੀ। ਸੋ ਇਹੀ ਸਾਡਾ ਫਲਸਫਾ, ਇਹੀ ਸਾਡਾ ਜਜ਼ਬਾ। ਇਹ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ, ਕਿਉਂਕਿ ਇਹੀ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਅੰਦਰ ਇਹ ਚਿਣਗ ਲਾਈ ਹੋਈ ਆ। ਸੋ ਸਾਨੂੰ ਸਮਝਣਾ ਤੁਹਾਡੇ ਲਈ ਔਖਾ, ਪਰ ਇੰਨੀ ਕੁ ਗੱਲ ਮੈਂ ਜ਼ਰੂਰ ਕਹੂੰਗਾ, ਜੇ ਕਿਤੇ ਤੁਸੀਂ ਹਿਊਮੈਨਿਟੀ ਨੂੰ ਮਾੜੀ ਮੋਟੀ ਸਮਝਦੇ ਹੋ, ਜੇ ਤੁਹਾਡੇ ਅੰਦਰ ਤੁਹਾਡੀਆਂ ਰੂਹਾਂ ਹਜੇ ਵੀ ਹੈਗੀਆਂ, ਉਹ ਮਰੀਆਂ ਨਹੀਂ, ਹਨਾ, ਤੁਹਾਡੀਆਂ ਜ਼ਮੀਰਾਂ ਜਾਗਦੀਆਂ, ਤਾਂ ਇੱਥੇ ਜਿਹੜੇ ਸਾਡੇ ਸੰਘਰਸ਼ੀ ਲੋਕ ਬੈਠੇ ਆ ਉਹਨਾਂ ਨੂੰ ਡਿਫਾਈਨ ਕਰਨਾ ਬੰਦ ਕਰੋ। ਇਹਨਾਂ ਦਾ ਹੱਕ ਤੇ ਇਹਨਾਂ ਦੇ ਜਿਹੜੇ ਹੱਕ ਬਣਦੇ ਆ ਉਹ ਇਹਨਾਂ ਨੂੰ ਦਿੱਤੇ ਜਾਣ। ਤੇ ਇਸ ਸੰਘਰਸ਼ ਨੂੰ ਜਿਸ ਤਰ੍ਹਾਂ ਇਹਨਾਂ ਲੋਕਾਂ ਨੇ ਇੱਕ ਜਾਬਤੇ 'ਚ ਰਹਿ ਕੇ ਸ਼ਾਂਤਮਈ ਢੰਗ ਨਾਲ ਜੋ ਜਜ਼ਬਾ ਦਿਖਾਇਆ, ਉਹ ਬਾਕਮਾਲ ਆ। ਸਾਡੀ ਸੰਗਤ ਤੇ ਸਾਡੇ ਲੋਕਾਂ ਦਾ ਉਸ ਜਜ਼ਬੇ ਨੂੰ ਮੈਂ ਸਲਾਮ ਕਰਦਾ। ਤੇ ਅਕਾਲ ਪੁਰਖ ਵਾਹਿਗੁਰੂ ਦੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਗਵਾਈ 'ਚ ਅਸੀਂ ਇਹ ਸੰਘਰਸ਼ ਲੜ ਰਹੇ ਹਾਂ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਜੋ ਵਰਤਾਰਾ ਵਾਪਰਿਆ, ਜੋ ਇਤਿਹਾਸ ਇਹ ਰਚਿਆ, ਉਹ ਰਚਿਆ ਨਹੀਂ ਜਾ ਸਕਦਾ ਸੀ। ਉਹਨਾਂ ਦੀ ਅਗਵਾਈ 'ਚ ਤੇ ਸ਼ਹੀਦੀ ਸਿੰਘਾਂ ਦੀ ਪਹਿਰੇ 'ਚ ਅਸੀਂ ਇਹ ਜਿਹੜੀ ਜੰਗ ਆ ਉਹ ਲੜ ਰਹੇ ਹਾਂ। ਇਹ ਗੱਲ ਸਾਡੇ ਸੰਘਰਸ਼ੀ ਜਿਹੜੇ ਰੂਹਾਂ ਸਾਡੇ ਲੋਕ ਆ ਉਹ ਯਾਦ ਰੱਖਣ, ਤੇ ਉਸ ਗੁਰੂ 'ਚ ਭਰੋਸਾ ਰੱਖ ਕੇ ਹੀ ਅਸੀਂ ਜਿੱਤਣਾ। ਉਸ ਗੁਰੂ 'ਚ ਹਮੇਸ਼ਾ ਭਰੋਸਾ ਰੱਖਿਓ। ਬਾਕੀ ਸਰਕਾਰਾਂ ਜਾਂ ਇਹ ਨੈਸ਼ਨਲ ਮੀਡੀਆ ਸਾਨੂੰ ਕੀ ਡਿਫਾਈਨ ਕਰੂਗਾ, ਅਸੀਂ ਇਹਨਾਂ ਤੋਂ ਬਹੁਤ ਪਰਾਂ ਦੀਆਂ ਗੱਲਾਂ। ਸੋ ਜਿਉਂਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਸਤਿ ਸ਼੍ਰੀ ਅਕਾਲ ਜੀ।